गुरु रूप प्यारी साध संगत जी, वाहिगुरु जी का खालसा वाहिगुरु जी की फतेह। गुरबाणी ਦੇ ਉੱਪਰ ਲਿਖੇ ਗੁਰਬਾਣੀ ਵਿਚਾਰ ਦੇ ਲੇਖ ਜੋ ਗੁਰਮੁਖ ਪਿਆਰੇ ਬਾਊ ਜੀ ਦੁਆਰਾ ਲਿਖਿਆ ਗਿਆ, ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ। ਪਹਿਲੇ ਹਿੱਸੇ ਵਿੱਚ ਅਸੀਂ ਇਹ ਪੜ੍ਹਿਆ ਸੀ ਕਿ ਗੁਰਬਾਣੀ ਹੈ ਕੀ, ਕਿੱਥੋਂ ਆਈ ਹੈ, ਉਸ ਪ੍ਰਤੀ ਸਾਡਾ ਫਰਜ਼ ਕੀ ਬਣਦਾ ਹੈ। ਹੁਣ ਇਸ ਹਿੱਸੇ ਵਿੱਚ ਇਹ ਦਰਸਾਇਆ ਗਿਆ ਹੈ ਕਿ ਕਿਉਂ ਗੁਰਬਾਣੀ ਨਾਲ ਸਾਡੀ ਸਾਂਝ ਲੇਵਾ ਦੇਵੀ ਲਾਹਾ ਜਾਂ ਸਮਾਈ ਨਹੀਂ ਹੁੰਦੀ ਜਾਂ ਫਿਰ ਆਤਮਕ ਉਡਾਰੀਆਂ ਨਹੀਂ ਲੱਗਦੀਆਂ। ਤੇ ਦੂਸਰੀ ਗੱਲ ਇਹ ਦਰਸਾਈ ਹੈ ਅਸੀਂ ਕਿਵੇਂ ਗੁਰਬਾਣੀ ਦੀ ਕਦਰ ਕੀਮਤ ਕਰਦੇ ਹਾਂ ਤੇ ਅਸਲੀਅਤ ਵਿੱਚ ਗੁਰਬਾਣੀ ਜੋ ਇਤਨੀ ਮਹਾਨ ਹੈ ਉਸ ਦੀ ਕਦਰ ਕੀਮਤ ਕਿਵੇਂ ਹੋਣੀ ਚਾਹੀਦੀ ਹੈ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ। ਦੋ ਜੀਵਾਂ ਦੇ ਖਿਆਲ ਅਥਵਾ ਭਾਵਨਾਵਾਂ ਜੇ ਇੱਕੋ ਸਤਹ ਯਾਨੀ ਵੇਵਲੈਂਥ, ਇੱਕੋ ਰੰਗਤ ਯਾਨੀ ਕਲਰ, ਇੱਕੋ ਤੀਖਣਤਾ ਯਾਨੀ ਇੰਟੈਂਸਿਟੀ, ਇੱਕੋ ਸ਼ਕਤੀ ਯਾਨੀ ਵੋਲਟੇਜ ਦੇ ਹੋਣ ਤਦ ਹੀ ਉਹਨਾਂ ਦੀ ਆਪਸ ਵਿੱਚ ਇਕਸੁਰਤਾ, ਅਸਰ, ਪ੍ਰਭਾਵ, ਮੇਲ, ਸੰਗਤ, ਸਾਂਝ, ਲੇਵਾ ਦੇਵੀ, ਲਾਹਾ, ਸਮਾਈ ਹੋ ਸਕਦੀ ਹੈ। ਗੁਰਬਾਣੀ ਆਤਮਕ ਮੰਡਲ ਦੀ ਵਸਤੂ ਹੈ ਜੋ ਅਤ ਸੂਖਮ ਇਲਾਹੀ ਸਤਹ ਤੇ ਉਚਾਰਨ ਕੀਤੀ ਗਈ ਹੈ। ਭਾਵ ਉਸ ਦੀ ਸਤਹ ਅਤ ਸੂਖਮ ਹੈ। ਉਸ ਦੀ ਜਿਹੜੀ ਰੰਗਤ ਹੈ ਗੁਰਬਾਣੀ ਦੀ ਉਹ ਆਤਮਕ ਪ੍ਰੇਮ ਸਵੈਪਨਾ ਵਾਲੀ ਹੈ। ਉਸ ਦੀ ਤੀਖਣਤਾ ਆਤਮਕ ਤੀਖਣਤਾ ਹੈ। ਉਸ ਦੀ ਸ਼ਕਤੀ ਦਾਮਨਕ ਸ਼ਕਤੀ ਦੀ ਪ੍ਰਤੀਕ ਹੈ। ਦੂਜੇ ਪਾਸੇ ਇਸ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਰਹਿੰਦਿਆਂ ਤੇ ਵਰਤ ਵਰਤਾਰਾ ਕਰਦਿਆਂ ਹੋਇਆਂ ਸਾਡੇ ਖਿਆਲ ਵਲਵਲੇ ਭਾਵਨਾਵਾਂ ਮਾਇਕੀ ਮੰਡਲ ਦੇ ਅਸਰ ਹੇਠ ਅਤ ਨੀਵੇਂ ਦਰਜੇ ਅਥਵਾ ਸਤਹ ਯਾਨੀ ਵੇਵਲੈਂਥ ਦੇ ਹੋ ਗਏ ਹਨ, ਜਿਨ੍ਹਾਂ ਨੂੰ ਅਭਿਆਸ ਕਰਕੇ ਅਸੀਂ ਤੀਬਰ ਅਤੇ ਸ਼ਕਤੀਸ਼ਾਲੀ ਬਣਾ ਲਿਆ ਹੈ। ਗੁਰਬਾਣੀ ਤਾਂ ਆਤਮਕ ਸਤਹ ਤੇ ਉਚਾਰੀ ਗਈ ਹੈ, ਪਰ ਸਾਡੀ ਜਿਹੜੀ ਵੇਵਲੈਂਥ ਜਾਂ ਸਤਹ ਹੈ ਉਹ ਮਾਇਕੀ ਮੰਡਲ ਵਿੱਚ ਅਤ ਨੀਵੇਂ ਦਰਜੇ ਦੀ ਹੈ ਤੇ ਅਭਿਆਸ ਕਰਕੇ ਇਸ ਨੀਵੀਂ ਵੇਵਲੈਂਥ ਨੂੰ ਜਾਂ ਨੀਵੀਂ ਸਤਹ ਨੂੰ ਹੋਰ ਸ਼ਕਤੀਸ਼ਾਲੀ ਬਣਾ ਲਿਆ ਹੈ। ਇਸ ਲਈ ਗੁਰਬਾਣੀ ਤੇ ਸਾਡੇ ਖਿਆਲਾਂ ਅਥਵਾ ਭਾਵਨਾਵਾਂ ਦੀ ਸਤਹ ਯਾਨੀ ਵੇਵਲੈਂਥ ਵਿੱਚ ਵੀ ਫਰਕ ਹੈ। ਗੁਰਬਾਣੀ ਦੀ ਰੰਗਤ ਤੇ ਸਾਡੇ ਖਿਆਲਾਂ ਭਾਵਨਾਵਾਂ ਦੀ ਰੰਗਤ, ਗੁਰਬਾਣੀ ਦੀ ਤੀਖਣਤਾ ਤੇ ਸਾਡੇ ਭਾਵਨਾਵਾਂ ਦੀ ਤੀਖਣਤਾ, ਗੁਰਬਾਣੀ ਦੀ ਸ਼ਕਤੀ ਤੇ ਸਾਡੇ ਭਾਵਨਾਵਾਂ ਦੀ ਸ਼ਕਤੀ ਵਿਚਕਾਰ ਅਤਿਅੰਤ ਪਾੜਾ ਫਰਕ, ਫਾਸਲਾ, ਅੰਤਰ, ਵਿੱਥ ਅਥਵਾ ਦੂਰੀ ਹੈ। ਇਸੇ ਕਾਰਨ ਨੀਵੀਂ ਮਾਇਕੀ ਰੰਗਤ ਵਾਲੇ ਮਨ ਦੀ ਗੁਰਬਾਣੀ ਦੀ ਉੱਚੀ ਸੁੱਚੀ ਆਤਮਕ ਸਤਹ ਯਾਨੀ ਡਿਵਾਈਨ ਵੇਵਲੈਂਥ ਤਾਈਂ ਪਹੁੰਚ ਨਹੀਂ ਹੋ ਸਕਦੀ। ਧਿਆਨ ਦੇਣਾ ਜੀ, ਕਿਉਂਕਿ ਸਾਡੇ ਖਿਆਲਾਂ ਅਥਵਾ ਭਾਵਨਾਵਾਂ ਦੀ ਸਤਹ, ਰੰਗਤ, ਤੀਖਣ, ਸ਼ਕਤੀ ਇਤਿਆਦਿਕ ਅਤ ਨੀਵੇਂ ਦਰਜੇ ਦੀ ਹੈ ਤੇ ਗੁਰਬਾਣੀ ਦੀ ਜਿਹੜੀ ਸਤਹ, ਰੰਗਤ, ਤੀਖਣਤਾ, ਸ਼ਕਤੀ ਆਤਮਕ ਰੰਗਤ ਵਾਲੀ ਹੈ। ਇਸੇ ਕਾਰਨ ਨੀਵੀਂ ਮਾਇਕੀ ਰੰਗਤ ਵਾਲੇ ਮਨ ਦੀ ਗੁਰਬਾਣੀ ਦੀ ਉੱਚੀ ਸੁੱਚੀ ਆਤਮਕ ਸਤਹ ਯਾਨੀ ਡਿਵਾਈਨ ਵੇਵਲੈਂਥ ਤਾਈਂ ਪਹੁੰਚ ਨਹੀਂ ਹੋ ਸਕਦੀ। ਇਸ ਲਈ ਸਾਡੇ ਮਨ ਦੀ ਗੁਰਬਾਣੀ ਨਾਲ ਇਕਸੁਰਤਾ, ਅਸਰ, ਮੇਲ, ਸੰਗਤ, ਸਾਂਝ, ਲੇਵਾ ਦੇਵੀ, ਲਾਹਾ, ਸਮਾਈ ਨਹੀਂ ਹੁੰਦੀ। ਇਹੋ ਵਜ੍ਹਾ ਹੈ ਕਿ ਅਸੀਂ ਇਲਾਹੀ ਬਾਣੀ ਦੇ ਭਾਵਕ ਅਰਥ, ਅੰਤਰੀਵ ਭਾਵ, ਭਾਵਕ ਵਲਵਲੇ, ਆਤਮਕ ਉਡਾਰੀਆਂ, ਅਨੁਭਵੀ ਪ੍ਰਕਾਸ਼, ਗੁੱਝੇ ਆਤਮਕ ਭੇਦ, ਤਤ ਗਿਆਨ ਤੋਂ ਵਾਂਝੇ ਰਹਿੰਦੇ ਹਾਂ ਅਤੇ ਕਦਰ ਕੀਮਤ ਨਹੀਂ ਪਾ ਸਕਦੇ। ਪਾਠ ਪੜ੍ਹੇ ਨਾ ਬੁੱਝਈ, ਭੇਖੀ ਭਰਮ ਭੁਲਾਏ, ਮਨਮੁਖ ਕਰਮ ਕਰੈ ਨਹੀਂ ਬੂਝੈ, ਬਿਰਥਾ ਜਨਮ ਗਵਾਏ। ਪੜਵਾਦ ਵਖਾਣੈ, ਸਿਰ ਮਾਰੇ ਜਮਕਾਲਾ, ਤਤ ਨਾ ਚੀਨੈ, ਬੰਨੈ ਪੰਡ ਪਰਾਲਾ। ਪਾਠ ਪੜ੍ਹੇ ਨਹੀਂ ਕੀਮਤ ਪਾਏ, ਪਾਠ ਪੜ੍ਹਿਓ ਅਰ ਭੇਦ ਵਿਚਾਰਿਓ, ਨਿਵਲ ਪੁਯੰਗਮ ਸਾਧੇ, ਪੰਚ ਜਨਾਸਿਓ ਸੰਗ ਨਾ ਛੁਟਕਿਓ, ਅਦਕ ਅਹੰਗ ਬੁਧ ਬਾਧੇ। क्या पढ़िए क्या गुनिए, क्या वेद पुराना सुनिए, पढ़े सुने क्या होई, जो सहज न मिलियो सोई। ज्ञान ध्यान सब कोई रवे, बांधन बांधिया सब जग भवे, मार्ग मोती भीतरे अंधा निकस्यो आए, जोत बिना जगदीश की जगत उलंघे जाए। ज्ञान हीण अज्ञान पूजा, अंध वरतावा भाव दूजा। इलाही गुरबाणी लई ਸਾਡਾ ਆਦਰ ਭਾਵ ਅਥਵਾ ਕਦਰ ਕੀਮਤ
सिर्फ सोने रुमालियां, सोनी मंजी साहिब, सोनी पालकी, सोने मंदिर, धूप दीप, सजावट आदि ताईं सीमित है। पर यह धुर की बाणी अमोल है, अपार है, अनहद है, आत्मक प्रकाश है, अमृत है, शब्द है, नाम है। इसलिए इसकी कदर कीमत आत्मक अनुभवी दर्जे ते भी होनी चाहिए है, जो अनुभवी प्रकाश दे तत् ज्ञान द्वारा समझण बुझण सीजण ते मानण नाल ही हो सकती है। ध्यान देना जी, साढ़े जिहड़ी कदर कीमत है गुरबाणी दे प्रति वो सिर्फ बाहरली है। सोने रुमाले, सोनी मंजी साहिब, सोनी पालकी, सोने मंदिर, धूप दीप, सजावट आदि इत्थों तक सीमित है साड़ी कदर कीमत। पर यह धुर की बाणी तां अमोल है, अपार है, अनहद है, आत्मक प्रकाश है, अमृत है, शब्द है, नाम है। इसलिए इसकी कदर कीमत आत्मक अनुभवी दर्जे ते भी होनी चाहिए है। ते यह कदर कीमत किवें हो सकती आत्मक दर्जे की, जो अनुभवी प्रकाश दे तत् ज्ञान द्वारा गुरबाणी नूं समझण बुझण सीजण ते मानण नाल ही हो सकती है। जिस तरह के गुरबाणी में दर्शाया है, गग्गा गुर के बचन पछाना, दूजी बात न तरई काना, रह बेहंगम कते न जाई, अगे गहे गह गगन रहाई। बाणी बूझे सच समावे, हा है हर कथा बूझ तू मूड़े, तां सदा सुख होए। जुग जुग बाणी शब्द पछाणी, नौ मीठा मने प्यारा। बूझो हर जन सतगुर बाणी, अमृत बाणी शब्द पछाणी, दुख काटे हों मारा। गुर की बाणी शब्द पछाती, साच रहे लिवलाए। इस तो स्पष्ट है कि इलाही बाणी नूं समझण लई निरा पुरा दिमागी ज्ञान, मन दीआं उक्तियां जुगतियां ਅਤੇ ਫਿਲਾਸਫੀਆਂ ਆਦि ਕਾਫੀ ਨਹੀਂ, ਬਲਕਿ ਇਸ ਧੁਰ ਕੀ ਬਾਣੀ ਦੇ ਗੁੱਝੇ ਸਾਰ ਤਤ ਗਿਆਨ ਨੂੰ ਸਮਝਣ ਬੁੱਝਣ ਜਾਣਨ ਪਹਿਚਾਨਣ ਮਾਨਣ ਲਈ ਆਤਮਕ ਪ੍ਰਕਾਸ਼ ਦੇ ਅਨੁਭਵੀ ਗਿਆਨ ਦੀ ਲੋੜ ਹੈ। ਹਾਂਜੀ, ਪਹਿਲੇ ਭਾਗ ਵਿੱਚ ਅਸੀਂ ਪੜ੍ਹਿਆ ਸੀ ਕਿ ਜਦੋਂ ਸਾਡੇ ਖਿਆਲਾਂ ਵਲਵਲਿਆਂ ਉੱਤੇ ਆਤਮਕ ਮੰਡਲ ਦੀ ਪ੍ਰਕਾਸ਼ ਦੀ ਲਿਸ਼ਕ ਪੈਂਦੀ ਹੈ ਤਾਂ ਅਨੁਭਵ ਪੁੱਜਦਾ ਹੈ। ਸੋ ਗੁਰਬਾਣੀ ਨੂੰ ਸਮਝਣ ਲਈ ਨਿਰਾ ਪੁਰਾ ਦਿਮਾਗੀ ਗਿਆਨ, ਫਿਲਾਸਫੀਆਂ, ਉਕਤੀਆਂ ਜੁਗਤੀਆਂ ਆਦਿ ਕਾਫੀ ਨਹੀਂ। ਇਸ ਦੇ ਗੁੱਝੇ ਸਾਰ ਤਤ ਗਿਆਨ ਨੂੰ ਸਮਝਣ ਬੁੱਝਣ ਜਾਣਨ ਪਹਿਚਾਨਣ ਤੇ ਮਾਨਣ ਲਈ ਆਤਮਕ ਪ੍ਰਕਾਸ਼ ਦੇ ਅਨੁਭਵੀ ਗਿਆਨ ਦੀ ਲੋੜ ਹੈ। ਇਸੇ ਕਾਰਨ ਇਸ ਉੱਚੀ ਸੁੱਚੀ ਬ੍ਰਹਮ ਬਾਣੀ ਨੂੰ ਕੋਈ ਵਿਰਲੇ ਗੁਰਮੁਖੀ ਅਨੁਭਵ ਦੁਆਰਾ ਜਾਣ ਪਛਾਣ ਬੁੱਝ ਅਤੇ ਵਿਚਾਰ ਸਕਦੇ ਹਨ। ਸਫਲ ਸੁਬਾਣੀ ਜਿਤਨਾਮ ਵਖਾਣੀ, ਗੁਰ ਪ੍ਰਸਾਦ ਕਿਨੇ ਵਿਰਲੇ ਜਾਣੀ। ਅੰਮ੍ਰਿਤ ਬਾਣੀ ਗੁਰ ਕੀ ਮੀਠੀ, ਗੁਰਮੁਖ ਵਿਰਲੇ ਕਿਨੇ ਚਖ ਡੀਠੀ। ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ। ਅਨਹਦ ਬਾਣੀ ਗੁਰਮੁਖ ਜਾਣੀ, ਬਿਰਲੋ ਕੋ ਅਰਥ ਆਵੇ। ਸੱਚਾ ਸ਼ਬਦ ਸੱਚੀ ਹੈ ਬਾਣੀ, ਗੁਰਮੁਖ ਵਿਰਲੇ ਕਿਨੇ ਪਛਾਣੀ। ਵਾਹ ਵਾਹ ਬਾਣੀ ਸਤ ਹੈ, ਗੁਰਮੁਖ ਬੂਝੇ ਕੋਏ। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।